ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਾਹਤ ਨਹੀਂ ਸਹਾਇਤਾ ਸੰਸਕ੍ਰਿਤ ਕੇ ਇਹੋ, ਕਟਕ ਮੋਹ ਕੋ ਬਿਕਟ ਜੋ, ਕਟ ਹੈ ਲੇਹਾ ਦੇਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ, ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪਾਏ, ਤਾਂ ਅਵਗੁਣ ਸਭ ਛਪੇ। ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਦੋ ਜਹਾਨਾਂ ਦੇ ਵਾਲੀ, ਦੀਨਾ ਬੰਧੂ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ ਅੰਤਰਜਾਮੀ ਅਨਾਥ ਨਾਥ ਗੁਰੂ ਗਰੀਬ ਨਵਾਜ, ਜੁਗੋ ਜੁਗ ਅਟਲ ਸ਼ਬਦਾ ਅਵਤਾਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਕੇ ਆਪਣੇ ਜੀਵਨ ਦੀ ਕਲਿਆਣ ਕਰ ਰਹੇ ਹੋ। ਸਤਿਗੁਰਾਂ ਦੀ ਆਪ ਜੀ ਉੱਤੇ ਭਾਰੀ ਬਖਸ਼ਿਸ਼ ਹੈ, ਰਹਿਮਤ ਹੈ, ਜੋ ਹਰ ਰੋਜ਼ ਆਪ ਜੀ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਨਾਮ ਔਰ ਬਾਣੀ ਕੇ ਜਹਾਜ਼, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੀਵਨ ਕਥਾ ਸਰਵਣ ਕਰਦੇ ਹੋ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਐਸੀ ਇਹ ਪਾਵਨ ਕਥਾ ਹੈ, ਇਸ ਨੂੰ ਸੁਣਨ ਦਾ ਮਹਾਤਮ ਇਤਨਾ ਵੱਡਾ ਹੈ। ਜੋ ਇਹ ਪਾਵਨ ਕਥਾ ਸਰਵਣ ਕਰਦੇ ਹਨ, ਉਹਨਾਂ ਦੇ ਦੁੱਖ ਦਰਦ ਲੱਥ ਜਾਂਦੇ ਹਨ, ਨਾਸ਼ ਹੋ ਜਾਂਦੇ ਹਨ। ਸੋ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਜੋ ਠਾਕੁਰ ਪੂਜਕ ਪਖੰਡੀ ਬ੍ਰਾਹਮਣ ਹੈ, ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਚਰਚਾ ਕਰ ਰਹੇ। ਪਹਿਲਾਂ ਤਾਂ ਜੋ ਠਾਕੁਰ ਹੈ, ਸਾਲਗ੍ਰਾਮ ਹੈ, ਉਸ ਦੇ ਸੰਬੰਧ ਵਿੱਚ ਇਹਨੇ ਚਰਚਾ ਕੀਤੀ ਹੈ। ਸਤਿਗੁਰਾਂ ਦੇ ਬਚਨ ਸੁਣ ਕੇ ਇਹਦੀ ਤਸੱਲੀ ਹੋ ਗਈ। ਫਿਰ ਇਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਗਲਾ ਸਵਾਲ ਕਰ ਦਿੱਤਾ ਕਿ ਤੁਹਾਡੀ ਜੋ ਬਾਣੀ ਹੈ ਇਹ ਭਾਸ਼ਾ ਵਿੱਚ ਹੈ, ਸਾਨੂੰ ਤਾਂ ਸੰਸਕ੍ਰਿਤ ਚੰਗੀ ਲੱਗਦੀ ਹੈ ਤੇ ਸੰਸਕ੍ਰਿਤ ਨੂੰ ਪੂਰੇ ਨੇਹ ਦੇ ਨਾਲ ਅਸੀਂ ਪੜ੍ਹਦੇ ਔਰ ਸੁਣਦੇ ਹਾਂ। ਇਸੇ ਸੰਸਕ੍ਰਿਤ ਭਾਸ਼ਾ ਨੂੰ ਅਸੀਂ ਮੰਨਦੇ ਹਾਂ ਕਿਉਂਕਿ ਇਹ ਕਲਿਆਣ ਕਰਦੀ ਹੈ, ਇਹ ਦੇਵ ਬਾਣੀ ਹੈ। ਇਸ ਨੂੰ ਪੜ੍ਹ ਕੇ ਬ੍ਰਹਮ ਵਿਦਿਆ ਦੀ ਪ੍ਰਾਪਤੀ ਹੋ ਜਾਂਦੀ ਹੈ। ਤੁਹਾਡੀ ਜੋ ਭਾਸ਼ਾ ਹੈ, ਇਸ ਤੋਂ ਕੀ ਹੋਣਾ ਹੈ
ਪੰਡਤ ਲੋਕ ਇਸ ਭਾਸ਼ਾ ਨੂੰ ਆਪਣੇ ਮਨ ਵਿੱਚ ਲੈ ਕੇ ਨਹੀਂ ਆਉਂਦੇ। ਇਹ ਭਾਸ਼ਾ ਸ਼ੁਭ ਗਤੀ ਕਿਵੇਂ ਕਰ ਸਕਦੀ ਹੈ ਜਿਹਦੇ ਵਿੱਚ ਕੋਈ ਜੁਗਤੀ ਹੈ ਹੀ ਨਹੀਂ। ਇਹਦੇ ਵਚਨ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ ਹਨ ਕਿ ਭਾਈ ਇਹ ਜੋ ਸੰਸਕ੍ਰਿਤ ਹੈ ਇਹ ਭਾਸ਼ਾ ਤੋਂ ਬਿਨਾਂ ਮੁਹਤਾਜ ਹੈ। ਵੇਦਾਂ ਦੀਆਂ ਸੁਰਤੀਆਂ ਜਿੰਨੀਆਂ ਮਰਜ਼ੀ ਕੋਈ ਪੜ੍ਹ ਕੇ ਸੁਣਾਈ ਜਾਵੇ, ਸੰਸਕ੍ਰਿਤ ਦੇ ਸ਼ਲੋਕ ਬੜੇ ਸ਼ੁੱਧ ਉਚਾਰਨ ਕਰਕੇ ਸੁਣਾਈ ਜਾਵੇ, ਸੁਣਨ ਵਾਲਿਆਂ ਦੇ ਪੱਲੇ ਕੁਝ ਨਹੀਂ ਪੈਂਦਾ। ਉਹ ਸੰਸਕ੍ਰਿਤ ਦੇ ਅਰਥ ਭਾਸ਼ਾ ਵਿੱਚ ਦੱਸਣੇ ਪੈਂਦੇ ਨੇ। ਇਸ ਕਰਕੇ ਭਾਸ਼ਾ ਤੋਂ ਬਿਨਾਂ ਸੰਸਕ੍ਰਿਤ ਮੁਹਤਾਜ ਹੈ। ਤੇ ਫਿਰ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਹੋਰ ਜੋ ਵਚਨ ਇਹਦੀ ਤਸੱਲੀ ਵਾਸਤੇ ਕੀਤੇ ਹਨ, ਉਹ ਪਾਵਨ ਪਵਿੱਤਰ ਕਥਾ ਸਰਵਣ ਕਰਨ ਵਾਸਤੇ ਚਿੱਤ ਦੀਆਂ ਸੁਰਤੀਆਂ ਬਿਰਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੋੜੋ। ਜੀਵਨ ਅਤੇ ਰਸਨਾ ਦੇ ਕਲਿਆਣ ਲਈ ਪ੍ਰੇਮ ਪਿਆਰ ਸਤਿਕਾਰ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚਾਹਤ ਨਹੀਂ ਸਹਿਤਾ ਸੰਸਕ੍ਰਿਤ ਕੀ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਸਕ੍ਰਿਤ ਭਾਸ਼ਾ ਤੋਂ ਬਿਨਾਂ ਮੁਹਤਾਜ ਹੈ, ਪਰ ਇਹ ਜੋ ਭਾਸ਼ਾ ਹੈ ਇਹ ਸੰਸਕ੍ਰਿਤ ਦੀ ਸਹਾਇਤਾ ਨਹੀਂ ਚਾਹੁੰਦੀ। ਇਹਨੂੰ ਸੰਸਕ੍ਰਿਤ ਦੀ ਸਹਾਇਤਾ ਦੀ ਕੋਈ ਲੋੜ ਨਹੀਂ। ਕਟਕ ਮੋਹ ਕੋ ਬਿਕਟ ਜੋ ਕਟ ਹੈ ਲਿਹ ਦੇ ਹੋ। ਜੋ ਬਹੁਤ ਭਿਆਨਕ ਕਠਨ ਮੋਹ ਦੀ ਸੈਨਾ ਹੈ, ਉਸ ਸੈਨਾ ਨੂੰ ਇਹ ਭਾਸ਼ਾ ਇੱਕ ਛਿਨ ਵਿੱਚ ਹੀ ਨਾਸ਼ ਕਰ ਦਿੰਦੀ ਹੈ। ਹੱਥੋਂ ਹੱਥੀ ਹੀ ਮੋਹ ਦੀ ਸੈਨਾ ਨੂੰ ਇਹ ਖਤਮ ਕਰ ਦਿੰਦੀ ਹੈ। ਜਥਾ ਸੋ ਭਟ ਅਤ ਰਥੇ ਹੋਏ ਲਰਤ ਨ ਚਹਤ ਸਹਾਏ। ਮਹਾਰਾਜ ਕਹਿੰਦੇ ਪੰਡਤ ਜੀ ਜਿਵੇਂ ਅਤਰਥੀ ਸੂਰਮੇ ਹੁੰਦੇ ਨੇ, ਉਹਨਾਂ ਨੂੰ ਲੜਨ ਵੇਲੇ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ ਹੁੰਦੀ। ਗੁਰੂ ਰੂਪ ਖਾਲਸਾ ਜੀ ਤਿੰਨ ਤਰ੍ਹਾਂ ਦੇ ਸੂਰਮੇ ਮੰਨੇ ਹਨ। ਇੱਕ ਰਥੀ ਹਨ, ਦੂਜੇ ਮਹਾਰਥੀ ਹਨ, ਤੀਜੇ ਅਤਰਥੀ ਹਨ। ਜਿਹੜੇ ਰਥੀ ਨੇ, ਜਿਵੇਂ ਕੋਈ ਆਪਣੇ ਬਰਾਬਰ ਦੇ ਨਾਲ ਲੜ ਕੇ ਜਿੱਤ ਪ੍ਰਾਪਤ ਕਰ ਲਵੇ, ਉਹਨੂੰ ਰਥੀ ਸੂਰਮਾ ਕਹਿੰਦੇ ਨੇ। ਮਹਾਰਥੀ ਉਹਨੂੰ ਕਹਿੰਦੇ ਨੇ ਜਿਹੜਾ ਇਕੱਲਾ ਪੰਜਾਂ ਸੱਤਾਂ ਨਾਲ ਲੜ ਪਵੇ ਤੇ ਜਿੱਤ ਪ੍ਰਾਪਤ ਕਰ ਲਵੇ। ਤੀਜਾ ਹੈ ਅਤਰਥੀ। ਅਤਰਥੀ ਸੂਰਮਾ ਉਹ ਹੁੰਦਾ ਹੈ ਜਿਹੜਾ ਇਕੱਲਾ ਹੀ ਲੱਖਾਂ ਦੇ ਨਾਲ ਭਿੜ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਅਤਰਥੀ ਸੂਰਮਾ ਹੈ ਉਹਨੂੰ ਲੜਨ ਵੇਲੇ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ ਹੁੰਦੀ। ਆਨਗਨ ਸਤਰ ਸੈਨ ਕੋ ਨਸ ਹੈ ਯੁੱਧ ਮਚਾਏ। ਉਹ ਸ਼ਤਰੂਆਂ ਦੀ ਅਣਗਿਣਤ ਹੀ ਸੈਨਾ ਨੂੰ ਯੁੱਧ ਮਚਾ ਕੇ ਖਤਮ ਕਰ ਦਿੰਦਾ ਹੈ, ਮਾਰ ਦਿੰਦਾ ਹੈ। ਸੰਸਕ੍ਰਿਤ ਤੁਮਰੇ ਜੋ ਹੈ ਰਥੇ ਮਹਾਰਥ ਦੋਏ। ਮਹਾਰਾਜ ਕਹਿੰਦੇ ਤੁਹਾਡੀ ਜੋ ਸੰਸਕ੍ਰਿਤ ਹੈ ਇਹ ਰਥੀ ਹੈ, ਤੇ ਦੂਜੀ ਜੋ ਭਾਸ਼ਾ ਹੈ
ਉਹ ਮਹਾਰਥੀ ਹੈ। ਜਹ ਸਹਾਏ ਰਨ ਮਹਿਲ ਰਹੈ ਇਕ ਮਹਿ ਸਕਤ ਨ ਹੋਏ। ਜਿਹੜਾ ਰਥੀ ਹੈ ਉਹ ਸਹਾਇਤਾ ਚਾਹ ਕਰਕੇ ਮੈਦਾਨੇ ਜੰਗ ਵਿੱਚ ਲੜਦਾ ਹੈ। ਇਕੱਲੇ ਵਿੱਚ ਬਹੁਤਿਆਂ ਨਾਲ ਲੜਨ ਦੀ ਸ਼ਕਤੀ ਨਹੀਂ ਹੁੰਦੀ। ਭਾਖਾ ਕੋਲੇ ਸੰਗ ਨਿਜ ਸਿੱਖਨ ਕੋ ਸਮਝਾਏ। ਇਸੇ ਤਰ੍ਹਾਂ ਜੋ ਸੰਸਕ੍ਰਿਤ ਹੈ ਉਹ ਭਾਸ਼ਾ ਨੂੰ ਨਾਲ ਲੈ ਕਰਕੇ ਆਪਣੇ ਸਿੱਖਾਂ ਨੂੰ ਸ਼ਰਧਾਲੂਆਂ ਨੂੰ ਸਮਝਾਉਂਦੀ ਹੈ। ਓਹੋ ਕਟਕ ਤਬ ਜੀਤ ਹੈ ਕਤ ਦੇ ਜੌਨ ਕਮਾਏ। ਫਿਰ ਉਹੀ ਮੋਹ ਦੀ ਸੈਨਾ ਨੂੰ ਜਿੱਤ ਸਕਦਾ ਹੈ ਜਿਹੜਾ ਇਹਨੂੰ ਕਮਾ ਲਵੇ, ਜਿਹੜਾ ਇਹਦੀ ਕਮਾਈ ਕਰ ਲਵੇ। ਜੇ ਕਰ ਸੂਰਬਾਨੀ ਕਹੈ ਇਸ ਕੋ ਫਲ ਅਦਕਾਏ। ਤੇ ਜੇ ਤੂੰ ਭਾਈ ਇਹ ਕਹਿੰਦਾ ਵੀ ਸੰਸਕ੍ਰਿਤ ਦੇਵ ਬਾਣੀ ਹੈ, ਇਹਦਾ ਫਲ ਬਹੁਤਾ ਹੈ, ਤਾਂ ਪਰ ਪੰਡਤ ਕਾਨ ਸੁਨ ਦੇਹ ਸੰਦੇਹ ਮਟਾਏ। ਪੰਡਤ ਜੀ ਇਹਦੇ ਉੱਤੇ ਤੁਸੀਂ ਕੰਨ ਦੇ ਕੇ ਸੁਣੋ, ਆਪਣੇ ਸਾਰੇ ਸੰਦੇਹ ਮਟਾ ਕੇ, ਸਾਰੇ ਸੰਦੇਹ ਖਤਮ ਕਰਕੇ। ਸਤਗੁਰ ਪ੍ਰਭ ਪ੍ਰੈ ਭਗਤ ਜੇ ਤਿਨ ਕੇ ਬਾਕ ਸਮਾਨ। ਸਤਿਗੁਰੂ ਦੇ ਔਰ ਪਰਮੇਸ਼ਰ ਦੇ ਜੋ ਪਿਆਰੇ ਭਗਤ ਹਨ, ਉਹਨਾਂ ਦੇ ਬਚਨਾਂ ਦੇ ਸਮਾਨ, ਉਹਨਾਂ ਦੇ ਬਚਨਾਂ ਦੇ ਸਦਰਸ਼। ਸੁਰਬਾਨੀ ਨਹਿ ਹੋਤ ਹੈ ਇਹ ਤੋ ਬਿਦਤ ਜਹਾਨ। ਦੇਵ ਬਾਣੀ ਨਹੀਂ ਹੈ, ਇਹ ਗੱਲ ਸਾਰੇ ਜਗਤ ਵਿੱਚ ਬਿਦਤ ਹੈ, ਸਾਰੇ ਜਗਤ ਵਿੱਚ ਪ੍ਰਗਟ ਹੈ। ਜੋ ਗੁਰੂ ਦੇ ਭਗਤ ਹਨ, ਪਰਮੇਸ਼ਰ ਦੇ ਭਗਤ ਹਨ, ਉਹਨਾਂ ਦੇ ਬਚਨਾਂ ਦੇ ਸਮਾਨ ਦੇਵ ਬਾਣੀ ਨਹੀਂ ਹੈ। ਇਹ ਗੱਲ ਸਾਰੇ ਬਿਦਤ ਹੈ, ਸਾਰੇ ਪ੍ਰਗਟ ਹੈ। ਕਰਮ ਕਾਂਡ ਮੈਂ ਸੁਰਜ ਹੈ ਨਰ ਕੋ ਦੇ ਉਪਦੇਸ਼। ਇਹ ਜਿਹੜੀ ਭਾਈ ਦੇਵ ਬਾਣੀ ਹੈ, ਦੇਵਤਿਆਂ ਦੀ ਬਾਣੀ ਹੈ, ਇਹ ਕਰਮ ਕਾਂਡ ਵਿੱਚ ਲਾਂਦੀ ਹੈ ਨਰਾਂ ਨੂੰ ਉਪਦੇਸ਼ ਦੇ ਕੇ। ਸੁਰਗ ਨਰਕ ਫਿਰ ਫਿਰ ਜਨ ਸਮੁਖ ਦੁਖ ਹੈ ਬਸੇਸ। ਜਿਹਦੇ ਕਰਕੇ ਮੁੜ ਮੁੜ ਕੇ ਇਸ ਬੰਦੇ ਦਾ ਸਵਰਗਾਂ ਵਿੱਚ ਤੇ ਨਰਕਾਂ ਵਿੱਚ ਵਾਸਾ ਹੁੰਦਾ ਹੈ ਤੇ ਮੁੜ ਮੁੜ ਕੇ ਜਨਮ ਹੁੰਦਾ ਹੈ। ਸਤਿਗੁਰ ਗਿਆਨ ਦ੍ਰਿੜਾਏ ਕਰ ਬੰਧਨ ਕਾਟ ਹੈ ਜੀਵ। ਤੇ ਗੁਰੂ ਜੀ ਗਿਆਨ ਦ੍ਰਿੜ ਕਰਵਾ ਕੇ ਜੀਵ ਦੇ ਸਾਰੇ ਹੀ ਬੰਧਨ ਕੱਟ ਦਿੰਦੇ ਹਨ। ਜਿਹੜੀ ਦੇਵ ਬਾਣੀ ਹੈ ਇਹ ਤਾਂ ਭਾਈ ਕਰਮ ਕਾਂਡ ਦੱਸਦੀ ਹੈ। ਵੇਦਾਂ ਵਿੱਚ ਗੁਰੂ ਰੂਪ ਖਾਲਸਾ ਜੀ 1 ਲੱਖ ਸ਼ਲੋਕ ਹੈ, ਜਿਹਦੇ ਵਿੱਚ 96,000 ਕਰਮ ਕਾਂਡ ਦੇ ਪਰਥਾਏ ਸ਼ਲੋਕ ਉਚਾਰਨ ਕੀਤੇ ਹੋਏ ਨੇ। ਜਿਹੜੇ 4000 ਨੇ ਉਹ ਭਗਤੀ ਔਰ ਗਿਆਨ ਦੇ ਸੰਬੰਧ ਵਿੱਚ ਹਨ। ਤੇ ਜਿਹੜਾ ਕਰਮ ਕਾਂਡ ਕਰਦਾ ਹੈ, ਕਰਮ ਕਾਂਡ ਵਾਲਿਆਂ ਨੂੰ ਸਵਰਗ ਤੇ ਨਰਕ ਪ੍ਰਾਪਤ ਹੁੰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਭਾਈ ਭਾਸ਼ਾ ਹੈ, ਜਿਹੜੀ ਗੁਰੂ ਦੀ ਬਾਣੀ ਹੈ, ਇਹ ਸਤਿਗੁਰਾਂ ਦੀ ਬਾਣੀ ਗਿਆਨ ਦ੍ਰਿੜ ਕਰਵਾ ਕੇ ਇਸ ਜੀਵ ਦੇ ਸਾਰੇ ਬੰਧਨ ਕੱਟ ਦਿੰਦੀ ਹੈ। ਗਿਆਨ ਤੇ ਜਾਨੋ ਹੋ ਮਿਸਰ ਜੋ ਕੋ ਘਟ ਕੋ ਬਦ ਥੇਵ। ਇਸ ਕਰਕੇ ਮਿਸ਼ਰ ਜੀ ਤੁਸੀਂ ਇਹ ਜਾਣ ਲਵੋ ਕਿ ਕਿਹੜੀ ਬਾਣੀ ਘੱਟ ਹੈ ਤੇ ਕਿਹੜੀ ਵੱਧ ਹੈ, ਭਾਵ ਕਿ ਕਿਹੜੀ ਸ੍ਰੇਸ਼ਟ ਹੈ। ਸ਼ੁਭ ਉਪਦੇਸ਼ ਜੋ ਸ੍ਰੇ ਦੇ ਸੰਸਕ੍ਰਿਤ ਭਾਖਾ ਕੋਏ। ਚਾਹੇ ਭਾਸ਼ਾ ਹੈ ਤੇ ਚਾਹੇ ਸੰਸਕ੍ਰਿਤ ਹੈ, ਇਹਨਾਂ ਭਾਸ਼ਾਵਾਂ ਵਿੱਚ ਜਿਹੜਾ ਸ਼ੁਭ ਉਪਦੇਸ਼ ਹੈ ਉਹ ਤਾਂ ਭਾਈ ਸ਼੍ਰੇ ਦਿੰਦਾ ਹੈ, ਉਹ ਤਾਂ ਮੁਕਤੀ ਦਿੰਦਾ ਹੈ। ਕਾਹੇ ਕੁਰੀਤ ਜੋ ਦੋਹਨ ਮਹਿ ਮਾਨੇ ਅਤਗਤ ਹੋਏ। ਜੇ ਦੋਵਾਂ ਭਾਸ਼ਾਵਾਂ ਵਿੱਚ ਕੁਰੀਤੀ ਕਹੀ ਗਈ ਹੋਵੇ, ਭੈੜਾ ਤੇ ਮਾੜਾ ਉਪਦੇਸ਼ ਦਿੱਤਾ ਗਿਆ ਹੋਵੇ, ਤੇ ਉਹਨੂੰ ਮੰਨ ਕੇ ਅਧੋਗਤੀ ਨੂੰ ਪ੍ਰਾਪਤ ਹੁੰਦਾ ਹੈ ਇਹ ਜੀਵ। ਚਾਹੇ ਭਾਸ਼ਾ ਹੈ ਚਾਹੇ ਸੰਸਕ੍ਰਿਤ ਹੈ, ਜੇ ਇਹਨਾਂ ਵਿੱਚ ਚੰਗਾ ਉਪਦੇਸ਼ ਹੈ ਉਹਨੂੰ ਮੰਨ ਕੇ ਸ਼੍ਰੇ ਹੋਵੇਗੀ, ਮੁਕਤੀ ਹੋਵੇਗੀ। ਜੇ ਕੁਰੀਤ ਵਾਲਾ ਮਾੜਾ ਤੇ ਭੈੜਾ ਉਪਦੇਸ਼ ਹੈ
ਚਾਹੇ ਸੰਸਕ੍ਰਿਤ ਭਾਸ਼ਾ ਵਿੱਚ ਹੈ ਚਾਹੇ ਆਮ ਭਾਸ਼ਾ ਵਿੱਚ ਹੈ। ਤੇ ਗੁਰੂ ਰੂਪ ਖਾਲਸਾ ਜੀ ਉਹਨੂੰ ਮੰਨ ਕਰਕੇ ਮਹਾਰਾਜ ਕਹਿੰਦੇ ਅਧੋਗਤੀ ਨੂੰ ਪ੍ਰਾਪਤ ਹੁੰਦਾ ਹੈ। ਪਾਤਰ ਮਝਾਰ ਆਹਾਰ ਸੁਭ ਖਾਇਬੇ ਤ੍ਰਿਪਤੀ ਜਾਹੇ। ਜੇ ਕਹਿੰਦੇ ਪਾਤਰ ਵਿੱਚ ਭਾਂਡੇ ਵਿੱਚ ਸ਼ੁਭ ਆਹਾਰ ਹੋਵੇ, ਚੰਗੇ ਪਕਵਾਨ ਪਰੋਸੇ ਹੋਏ ਹੋਣ, ਉਹਨਾਂ ਨੂੰ ਛਕ ਕੇ ਬੰਦਾ ਤ੍ਰਿਪਤ ਹੋ ਜਾਂਦਾ ਹੈ। ਜੇ ਭਿਖ ਪਾਏ ਅਜਾਈਏ ਮ੍ਰਿਤਕ ਨਰਕ ਕੋ ਪਾਹੇ। ਜੇ ਉਸੇ ਪਾਤਰ ਵਿੱਚ ਉਸੇ ਭਾਂਡੇ ਵਿੱਚ ਜ਼ਹਿਰ ਪਾ ਕਰਕੇ ਕਿਸੇ ਨੂੰ ਖਵਾ ਦਈਏ ਤੇ ਉਹਦੀ ਮ੍ਰਿਤੂ ਹੋ ਜਾਂਦੀ ਹੈ, ਉਹਦੀ ਮੌਤ ਹੋ ਜਾਂਦੀ ਹੈ। ਕਿਮ ਸੰਸਕ੍ਰਿਤ ਕੋ ਅਦਕਤਾ ਕਹੈ ਲਹੈ ਨਹਿ ਰੇਤ। ਪੰਡਤ ਜੀ ਬਿਨਾਂ ਕਿਸੇ ਰੀਤ ਨੂੰ ਜਾਣੇ ਤੋਂ ਆਪ ਜੀ ਕਿਵੇਂ ਸੰਸਕ੍ਰਿਤ ਨੂੰ ਅਦਕ ਕਹਿ ਰਹੇ ਹੋ, ਕਿਵੇਂ ਸੰਸਕ੍ਰਿਤ ਨੂੰ ਆਪ ਜੀ ਵੱਡਾ ਕਹਿ ਰਹੇ ਹੋ। ਪਠਬੇ ਤੇ ਹੰਕਾਰ ਹੋਏ ਨਹੀਂ ਨਮਰਤਾ ਚੇਤ। ਇਹ ਸੰਸਕ੍ਰਿਤ ਪੜ੍ਹ ਕੇ ਤਾਂ ਹੰਕਾਰ ਆ ਜਾਂਦਾ ਹੈ, ਚਿੱਤ ਵਿੱਚ ਨਿਮਰਤਾ ਨਹੀਂ ਰਹਿੰਦੀ। ਜਿਹੜਾ ਸੰਸਕ੍ਰਿਤ ਪੜ੍ਹਿਆ ਹੋਵੇ ਕਹਿੰਦਾ ਜੀ ਮੈਂ ਸੰਸਕ੍ਰਿਤ ਪੜ੍ਹਿਆ ਹੋਇਆ, ਮੇਰੇ ਵਰਗਾ ਕੋਈ ਵਿਦਵਾਨ ਨਹੀਂ, ਮੇਰੇ ਵਰਗਾ ਕੋਈ ਆਲਮ ਫਾਜ਼ਲ ਨਹੀਂ। ਉਹਦੇ ਅੰਦਰ ਹੰਕਾਰ ਆ ਜਾਂਦਾ ਹੈ, ਚਿੱਤ ਵਿੱਚ ਨਿਮਰਤਾ ਨਹੀਂ ਰਹਿੰਦੀ। ਬਿਨਾ ਗਰੀਬੀ ਭਗਤ ਨ ਹੈ ਜਿਸ ਤੇ ਕਲਮ ਹੈ ਸ੍ਰੇ। ਤੇ ਮਹਾਰਾਜ ਕਹਿੰਦੇ ਗਰੀਬੀ ਤੋਂ ਬਿਨਾ, ਨਿਮਰਤਾ ਤੋਂ ਬਿਨਾ ਭਗਤੀ ਨਹੀਂ ਹੁੰਦੀ। ਉਹ ਭਗਤੀ ਜਿਹਦੇ ਨਾਲ ਕਲਯੁਗ ਵਿੱਚ ਸ਼੍ਰੇ ਹੋਣੀ ਹੈ, ਕਲਯੁਗ ਦੇ ਵਿੱਚ ਮੁਕਤੀ ਦੀ ਪ੍ਰਾਪਤੀ ਹੋਣੀ ਹੈ। ਟਿਪ ਹੈ ਊਚ ਨ ਜਾਮਏ ਕ੍ਰਿਸ਼ੀ ਬੀਜ ਜੋ ਦੇ। ਜੇ ਕ੍ਰਿਸ਼ੀ ਦਾ ਖੇਤੀ ਦਾ ਬੀਜ ਕਿਸੇ ਉੱਚੇ ਟਿੱਬੇ ਤੇ ਬੋ ਦਈਏ ਤੇ ਉਹ ਜੰਮਦਾ ਨਹੀਂ। ਸੰਸਕ੍ਰਿਤ ਕੀ ਵਾਰਤਾ ਅਪਰ ਸੁਨੋ ਮਨ ਲਾਏ। ਪੰਡਤ ਜੀ ਸੰਸਕ੍ਰਿਤ ਭਾਸ਼ਾ ਦੀ ਹੋਰ ਵੀ ਜੋ ਵਾਰਤਾ ਹੈ ਉਹ ਆਪ ਜੀ ਮਨ ਲਾ ਕੇ ਸੁਣੋ। ਮਨ ਸਭ ਹੋਏ ਵਿਚਾਰੀਏ ਕਰਬੇ ਪਖ ਬਿਹਾਏ। ਨਿਆਂ ਕਰਤਾ ਹੋ ਕੇ ਤੁਸੀਂ ਵਿਚਾਰੋ ਤੇ ਪੱਖਬਾਦ ਨੂੰ ਛੱਡ ਕੇ ਇਸ ਗੱਲ ਦੀ ਵਿਚਾਰ ਕਰੋ। ਕਿਹ ਕਿਹ ਕੋ ਅਧਕਾਰ ਹੋਏ ਸਵਨ ਸੁਨਾਵ ਹੋ ਨਾਹੇ। ਇਹ ਸੰਸਕ੍ਰਿਤ ਨੂੰ ਸੁਣਨ ਦਾ ਅਧਿਕਾਰ ਕਿਸੇ ਕਿਸੇ ਨੂੰ ਹੁੰਦਾ ਹੈ, ਇਹ ਤੁਸੀਂ ਸਾਰਿਆਂ ਨੂੰ ਨਹੀਂ ਸੁਣਾਉਂਦੇ। ਵਿੱਚ ਅਧਕਾਰਨ ਬੁੱਧ ਬੜਾ ਤੋ ਸਮਝ ਹੈ ਕਛਤਾ ਹੈ। ਤੇ ਉਹਨਾਂ ਅਧਿਕਾਰੀਆਂ ਵਿੱਚੋਂ ਜਿਹਦੇ ਕੋਲ ਬੁੱਧੀ ਵੱਧ ਹੋਵੇ, ਜਿਹਦੀ ਬੁੱਧੀ ਵੱਡੀ ਹੋਵੇ, ਉਹ ਕੁਝ ਕੁ ਸਮਝ ਲੈਂਦੇ ਹਨ। ਸੁਮਤਵੰਤ ਅਭਿਆਸ ਹੈ ਤੋ ਪਠ ਜਾਣੈ ਸੋਏ। ਜਿਹੜੇ ਸੁਮਤਵੰਤ ਨੇ ਉਹ ਇਹਦਾ ਅਭਿਆਸ ਕਰਦੇ ਨੇ, ਇਹਨੂੰ ਪੜ੍ਹ ਕੇ ਪਰਮੇਸ਼ਰ ਨੂੰ ਜਾਣਦੇ ਹਨ। ਕਰ ਅਭਿਆਸ ਕਮਾਏ ਕੋ ਤਿਸ ਕੋ ਫਲ ਤਬ ਹੋਏ। ਕਹਿੰਦੇ ਫਿਰ ਜੋ ਪੜਿਆ ਜੇ ਉਹਦਾ ਕੋਈ ਅਭਿਆਸ ਕਰਕੇ ਉਹਨੂੰ ਕਮਾ ਲੈਂਦਾ ਹੈ, ਫਿਰ ਭਾਈ ਇਹਦੇ ਫਲ ਦੀ ਪ੍ਰਾਪਤੀ ਹੁੰਦੀ ਹੈ। ਲੱਖੋਂ ਮਹਿ ਨਰ ਪਾਏ ਕੋ ਜੇ ਸਭ ਵਿਦ ਬਨ ਜਾਏ। ਜੇ ਸਾਰੀਆਂ ਵਿਧੀਆਂ ਬਣ ਜਾਣ ਤੇ ਲੱਖਾਂ ਵਿੱਚੋਂ ਕੋਈ ਇੱਕ ਅੱਧਾ ਹੁੰਦਾ ਹੈ ਜਿਹੜਾ ਸੰਸਕ੍ਰਿਤ ਨੂੰ ਪੜ੍ਹ ਲਵੇ। ਜੇ ਸਾਰੀਆਂ ਵਿਧੀਆਂ ਬਣ ਜਾਣ, ਲੱਖਾਂ ਵਿੱਚੋਂ ਕੋਈ ਇੱਕ ਅੱਧਾ ਹੁੰਦਾ ਹੈ ਜਿਹੜਾ ਸੰਸਕ੍ਰਿਤ ਭਾਸ਼ਾ ਨੂੰ ਪੜ੍ਹ ਲਵੇ। ਆਪਨ ਸਰੇ ਸੋ ਕਰ ਸਕ ਹੈ ਅਪਰਨ ਕੋ ਕਿਆ ਪਾਏ। ਤੇ ਜਿਹੜਾ ਪੜ੍ਹ ਲੈਂਦਾ ਉਹ ਆਪਣੀ ਸ਼੍ਰੇ ਤਾਂ ਕਰ ਲੈਂਦਾ, ਆਪਣਾ ਭਲਾ ਕਰ ਲੈਂਦਾ, ਆਪਣੀ ਮੁਕਤੀ ਕਰ ਲੈਂਦਾ ਹੈ, ਪਰ ਉਹਦੇ ਕੋਲੋਂ ਹੋਰਾਂ ਨੂੰ ਕੀ ਪ੍ਰਾਪਤ ਹੋਵੇਗਾ? ਉਹਦੇ ਕੋਲੋਂ ਹੋਰਾਂ ਨੂੰ ਕੀ ਪ੍ਰਾਪਤ ਹੋਵੇਗਾ? ਜਥਾ ਕੂਪ ਕੋ ਨੀਰ ਲੈ ਇਕ ਨਰ ਬੋਵੈ ਖੇਤ। ਜਿਵੇਂ ਖੂਹ ਦਾ ਪਾਣੀ ਲੈ ਕਰਕੇ
ਕੋਈ ਇੱਕ ਨਰ ਆਪਣੇ ਖੇਤਾਂ ਨੂੰ ਬੀਜ ਲੈਂਦਾ ਹੈ ਸਿੰਚਤ ਸ਼ਰਮ ਕਰ ਨਿਤਾ ਪ੍ਰਤ ਤਉ ਕੁਛ ਨਿਜ ਕਰ ਲੇਤ ਤੇ ਬੜੀ ਸਰਮਤ ਕਰਕੇ ਘਾਲਣਾ ਘਾਲ ਕੇ ਉਹ ਖੂਹ ਦੇ ਪਾਣੀ ਦੇ ਨਾਲ ਆਪਣੀ ਖੇਤੀ ਨੂੰ ਹਰ ਰੋਜ਼ ਸਿੰਚਦਾ ਹੈ ਤੇ ਫਿਰ ਉਹਦੇ ਵਿੱਚੋਂ ਉਹਨੂੰ ਕੋਈ ਫਲ ਪ੍ਰਾਪਤ ਹੁੰਦਾ ਹੈ। ਅਬ ਭਾਖਾ ਕੇ ਬਾਤ ਸੁਨ ਸਰਬ ਜਾਤ ਅਧਕਾਰ ਇਹ ਜਿਹੜੀ ਸੰਸਕ੍ਰਿਤ ਹੈ ਇਹ ਤਾਂ ਭਾਈ ਖੂਹ ਦੇ ਪਾਣੀ ਵਾਂਗੂ ਹੈ। ਤੇ ਹੁਣ ਤੂੰ ਭਾਸ਼ਾ ਦੀ ਗੱਲ ਸੁਣ। ਜਿਹੜੀ ਭਾਸ਼ਾ ਹੈ ਇਹਨੂੰ ਸੁਣਨ ਦਾ ਤੇ ਪੜਨ ਦਾ ਸਰਬ ਜਾਤੀਆਂ ਨੂੰ ਅਧਿਕਾਰ ਹੈ। ਹਾਂਜੀ। ਲਾਗ ਧੀਰਗ ਬੁੱਧ ਸਭ ਸੁਨੈ ਸਮਝੈ ਸਾਰ ਅਸਾਰ ਚਾਹੇ ਕਿਸੇ ਦੀ ਬੁੱਧੀ ਛੋਟੀ ਹੈ ਤੇ ਚਾਹੇ ਕਿਸੇ ਦੀ ਬੁੱਧੀ ਵੱਡੀ ਹੈ, ਜਿਹੜਾ ਇਹਨੂੰ ਸੁਣਦਾ ਹੈ ਪੜਦਾ ਹੈ ਉਹ ਸਾਰ ਤੇ ਅਸਾਰ ਨੂੰ ਸਮਝ ਲੈਂਦਾ ਹੈ। ਬਹੁਤ ਨਹੀਂ ਅਭਿਆਸ ਚਹੈ ਥੋਰਨ ਦਿਨ ਮਹਿ ਜਾਨ ਇਹ ਭਾਸ਼ਾ ਨੂੰ ਪੜਨ ਤੇ ਸਿੱਖਣ ਵਾਸਤੇ ਬਹੁਤਾ ਅਭਿਆਸ ਨਹੀਂ ਕਰਨਾ ਪੈਂਦਾ। ਥੋੜੇ ਦਿਨਾਂ ਵਿੱਚ ਹੀ ਬੰਦਾ ਇਹਨੂੰ ਸਮਝ ਲੈਂਦਾ ਹੈ, ਇਹਨੂੰ ਜਾਣ ਲੈਂਦਾ ਹੈ। ਊਚ ਨੀਚ ਪਠ ਕਿਤੋਂ ਸੁਨਾ ਭਗਤ ਕਰੈ ਹਿਤ ਠਾਨ ਚਾਹੇ ਕੋਈ ਉੱਚਾ ਹੈ ਚਾਹੇ ਕੋਈ ਨੀਵਾਂ ਹੈ, ਜਿਹੜਾ ਇਹਨੂੰ ਪੜ ਸੁਣ ਕੇ ਭਗਤੀ ਕਰਦਾ ਹੈ। ਸਭ ਭਾਵ ਹੈ ਕਲਿਆਣ ਕੋ ਜਾਤ ਸਨਾਤ ਅਨੇਕ ਉਹ ਸਾਰੇ ਹੀ ਕਲਿਆਣ ਨੂੰ ਪਾ ਲੈਂਦੇ ਹਨ। ਚਾਹੇ 4 ਵਰਣਾਂ ਦੇ ਲੋਕ ਹਨ ਤੇ ਚਾਹੇ ਸਨਾਤ ਜੋ 5ਵਾਂ ਵਰਣ ਚੰਡਾਲਾਂ ਦਾ ਹੈ, ਚਾਹੇ ਚੰਡਾਲ ਹਨ। ਇਹਨਾਂ ਵਿੱਚੋਂ ਭਾਈ ਜਿਹੜਾ ਵੀ ਇਹਨੂੰ ਪੜ ਲੈਂਦਾ ਹੈ ਕਮਾ ਲੈਂਦਾ ਹੈ ਉਹ ਭਾਈ ਆਪਣੀ ਕਲਿਆਣ ਕਰ ਲੈਂਦਾ ਹੈ। ਸਿਮਰਨ ਕਰ ਸਤਨਾਮ ਕੋ ਸਾਰ ਅਸਾਰ ਬਵੇਕ ਤੇ ਉਹ ਸਤਨਾਮ ਦਾ ਸਿਮਰਨ ਕਰਕੇ ਸਾਰ ਤੇ ਅਸਾਰ ਦੀ ਵਿਚਾਰ ਕਰ ਲੈਂਦੇ ਹਨ। ਜੈਸੇ ਜਲ ਧਰ ਉਮੜ ਕੈ ਬਰਖਾ ਕਰ ਇੱਕ ਸਾਰ ਜਿਵੇਂ ਬੱਦਲ ਉਮੜ ਕੇ ਆਉਂਦੇ ਨੇ ਤੇ ਇੱਕ ਸਾਰ ਸਾਰੇ ਪਾਸੇ ਵਰਖਾ ਕਰਦੇ ਹਨ, ਮੀਂਹ ਪਾਉਂਦੇ ਹਨ। ਸੁਤ ਮਲਨ ਉਚ ਨੀਚ ਥਲ ਜਲ ਪ੍ਰਾਪਤ ਪਰ ਧਾਰ ਬੱਦਲ ਇਹ ਨਹੀਂ ਵੇਖਦੇ ਵੀ ਇਹ ਥਾਂ ਸ਼ੁੱਧ ਹੈ ਤੇ ਇਹ ਮਲਨ ਹੈ, ਇਹ ਉੱਚੀ ਹੈ ਨੀਵੀਂ ਹੈ। ਗੁਰੂ ਰੂਪ ਖਾਲਸਾ ਜੀ ਉਹ ਸਾਰਿਆਂ ਤੇ ਇੱਕ ਸਾਰ ਵਰਸਦੇ ਨੇ, ਸਾਰਿਆਂ ਤੇ ਇੱਕ ਸਾਰ ਮੀਂਹ ਪਾਉਂਦੇ ਹਨ। ਬਸ ਪੰਛੇ ਸਭ ਥਲ ਬਿਖੈ ਸੁਖ ਪਾਇਓ ਸਭ ਜੀਵ ਤੇ ਜਦੋਂ ਮੀਂਹ ਪੈਂਦਾ ਪੰਡਤ ਜੀ ਜਿੰਨੇ ਵੀ ਪਸ਼ੂ ਪੰਛੀ ਨੇ ਸਾਰੀਆਂ ਥਾਵਾਂ ਤੇ तमाम जीव सुख पाउंदे ਹਨ। ਬਾਨ ਤਰਨ ਹਰਿਆਵਲ ਭੈ ਤਪਤ ਮਿਟੇ ਹਿਤ ਥੇਵਾ ਜਿੰਨੇ ਵੀ ਬਨ ਤ੍ਰਿਣ ਨੇ ਸਾਰੇ ਹਰੇ ਭਰੇ ਹੋ ਜਾਂਦੇ ਨੇ। तमाम ਜੀਵਾਂ ਦੀ ਤਪਸ਼ ਮਿਟ ਜਾਂਦੀ ਹੈ ਜਦੋਂ ਮੀਂਹ ਪੈਂਦਾ ਹੈ। ਮੀਂਹ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ। ਹੋਰ ਗ੍ਰਾਮਨ ਖੇਤਨ ਬਿਖੈ ਸਭ ਪ੍ਰਮੁਦਤ ਇੱਕ ਸਾਰ ਮਹਾਰਾਜ ਕਹਿੰਦੇ ਚਾਹੇ ਪੁਰ ਹਨ ਚਾਹੇ ਗ੍ਰਾਮ ਹਨ ਚਾਹੇ ਖੇਤ ਹਨ, ਇੱਕ ਸਾਰ ਸਾਰੇ ਪਾਸੇ ਮੀਂਹ ਪੈਂਦਾ ਹੈ ਤੇ ਸਾਰੇ ਭਾਈ ਪ੍ਰਮੁਦਤ ਹੋ ਜਾਂਦੇ ਹਨ, ਖੁਸ਼ ਹੋ ਜਾਂਦੇ ਹਨ। ਤ੍ਰਿਪਤ ਭੈ ਇੱਕ ਬਾਰ ਹੈ ਜਹ ਕਹੈ ਕਹੈ ਜੈਕਾਰ ਇੱਕੋ ਵੇਰਾ ਸਾਰੇ ਤ੍ਰਿਪਤ ਹੋ ਜਾਂਦੇ ਨੇ, ਜਿੱਥੇ ਕਿੱਥੇ ਹਰ ਥਾਂ ਤੇ ਜੈ ਜੈਕਾਰ ਖੁਸ਼ੀਆਂ ਹੀ ਖੁਸ਼ੀਆਂ ਹੋ ਜਾਂਦੀਆਂ ਹਨ। ਸ੍ਰੀ ਗੁਰ ਕੀ ਬਾਣੀ ਤਥਾ ਸਭ ਜਾਂ ਤਿਨ ਇੱਕ ਸਾਰ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸ੍ਰੀ ਗੁਰੂ ਜੀ ਦੀ ਇਹ ਜੋ ਬਾਣੀ ਹੈ ਇਹ ਸਾਰੀਆਂ ਜਾਤੀਆਂ ਵਾਸਤੇ ਇੱਕ ਸਾਰ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੀ ਸੰਸਕ੍ਰਿਤ ਹੈ ਗੁਰੂ ਰੂਪ ਖਾਲਸਾ ਜੀ ਪੰਡਤ ਇਹਨੂੰ ਪੜ੍ਹ ਸਕਦਾ ਹੈ, ਛਤਰੀ ਇਹਨੂੰ ਸੁਣ ਸਕਦਾ ਹੈ, ਪੜ੍ਹ ਨਹੀਂ ਸਕਦਾ।
ਜਿਹੜੇ ਸ਼ੂਦਰ ਤੇ ਵੈਸ਼ ਨੇ ਉਹਨਾਂ ਨੂੰ ਨਾ ਪੜਨ ਦਾ ਅਧਿਕਾਰ ਹੈ ਨਾ ਸੁਣਨ ਦਾ ਅਧਿਕਾਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸ੍ਰੀ ਗੁਰੂ ਜੀ ਦੀ ਜੋ ਬਾਣੀ ਹੈ ਇਹ ਭਾਈ ਚੌ ਵਰਨਾਂ ਵਾਸਤੇ ਇੱਕ ਸਾਰ ਹੈ। ਊਚ ਨੀਚ ਪਠ ਕਿਤੋਂ ਸੋਨਾ ਭੈ ਸ੍ਰੇ ਅਧਕਾਰ। ਚਾਹੇ ਕੋਈ ਉੱਚਾ ਹੈ ਚਾਹੇ ਕੋਈ ਨੀਵਾਂ ਹੈ, ਜਿਹੜਾ ਇਹਨੂੰ ਪੜ ਸੁਣ ਲੈਂਦਾ ਹੈ ਕਹਿੰਦੇ ਉਹ ਸ਼੍ਰੇ ਦਾ ਮੁਕਤੀ ਦਾ ਅਧਿਕਾਰੀ ਬਣ ਜਾਂਦਾ ਹੈ। ਗੱਜ ਕੇ ਆਖੋ ਸਤਨਾਮ। ਸਤਨਾਮ ਸ੍ਰੀ ਵਾਹਿਗੁਰੂ। ਤਾਂ ਹੀ ਤਾਂ ਭਾਈ ਸਾਹਿਬ ਜੀ ਨੇ ਆਖਿਆ ਗੁਣੀ ਭਨੀ ਬਾਨੀ ਤਾਂ ਕਿ ਗੁਰੂ ਗੁਰਬਾਨੀ ਹੈ। ਜਿੰਨੀਆਂ ਬਾਣੀਆਂ ਨੇ ਸਾਰਿਆਂ ਨਾਲੋਂ ਮਹਾਨ ਤੇ ਸ੍ਰੇਸ਼ਟ ਗੁਰੂ ਦੀ ਬਾਣੀ ਹੈ। ਇਹਨੂੰ ਹਰ ਕੋਈ ਪੜ੍ਹ ਕਰਕੇ ਸੁਣ ਕਰਕੇ ਸ਼੍ਰੇ ਦਾ ਮੁਕਤੀ ਦਾ ਅਧਿਕਾਰੀ ਬਣ ਜਾਂਦਾ ਹੈ। ਮਲਨ ਕਿਤੋਂ ਸੁਚ ਹੋਏ ਕਰ ਸਿਮਰ ਹੈ ਸ੍ਰੀ ਸਤਨਾਮ। ਮਹਾਰਾਜ ਕਹਿੰਦੇ ਚਾਹੇ ਕੋਈ ਮਲਨ ਅੰਤਸ਼ ਕਰਨ ਵਾਲਾ ਹੈ ਤੇ ਚਾਹੇ ਕੋਈ ਸ਼ੁੱਧ ਅੰਤਸ਼ ਕਰਨ ਵਾਲਾ ਹੈ, ਜਿਹੜਾ ਭਾਈ ਸ੍ਰੀ ਗੁਰੂ ਜੀ ਦੀ ਬਾਣੀ ਪੜ੍ਹ ਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਪ੍ਰਾਪਤ ਹੋਵਹਿ ਮੁਕਤ ਤਿਨ ਪਿਤ ਸੁਖੇਨ ਅਬਰਾਮ। ਉਹਨੂੰ ਭਾਈ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਇਹ ਗੁਰਬਾਣੀ ਵਿੱਚ ਸੋਖੀ ਸੁਖੈਨ ਵਿਦ ਦਸੀ ਹੈ ਮੁਕਤੀ ਦੀ ਪ੍ਰਾਪਤੀ ਵਾਸਤੇ। ਜਲ ਧਰ ਵਰਖਾ ਅਤਕ ਹੋਏ ਕਿਤੋਂ ਕੂਪ ਜਲ ਹੋਏ। ਇਸ ਕਰਕੇ ਇਹ ਜੋ ਗੁਰਬਾਣੀ ਹੈ ਇਹ ਜਲ ਧਰ, ਇਹ ਬੱਦਲਾਂ ਦੀ ਵਰਖਾ ਹੈ। ਤੇ ਸੰਸਕ੍ਰਿਤ ਭਾਈ ਉਹ ਖੂਹ ਦਾ ਜਲ ਹੈ ਤੇ ਗੁਰਬਾਣੀ ਬੱਦਲਾਂ ਦਾ ਜਲ ਹੈ। ਤੇ ਪੰਡਤ ਜੀ ਇਹ ਦੱਸੋ ਖੂਹ ਦਾ ਪਾਣੀ ਵੱਡਾ ਹੈ ਕਿ ਬੱਦਲਾਂ ਦਾ ਜਿਹੜਾ ਜਲ ਹੈ ਉਹ ਵੱਡਾ ਹੈ? ਖੂਹ ਵੱਡਾ ਹੈ ਜਾਂ ਬੱਦਲ ਵੱਡੇ ਹਨ? ਪੰਡਤ ਕੋ ਵਿਚਾਰ ਕੈ ਪਖ ਨ ਕੀਜੈ ਕੋਇ। ਮਹਾਰਾਜ ਕਹਿੰਦੇ ਪੰਡਤ ਜੀ ਵਿਚਾਰ ਕੇ ਦੱਸੋ, ਪੱਖਵਾਦ ਨਾ ਕਰਿਓ, ਪੱਖਵਾਦ ਨਾ ਕਰਿਓ, ਇਹ ਗੱਲ ਵਿਚਾਰ ਕੇ ਦੱਸੋ। ਇਤ ਆਦਕ ਸੁਨ ਬਾਕ ਕੋ ਬੋਲ ਨ ਧਿਜਤੇ ਆਏ। ਇਤਿਆਦਿਕ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਇਸ ਦਿੱਜ ਨੂੰ ਅੱਗੋਂ ਕੋਈ ਬੋਲ ਨਹੀਂ ਆਇਆ, ਇਹਨੂੰ ਅੱਗੋਂ ਕੋਈ ਗੱਲ ਨਹੀਂ ਆਈ। ਮਨ ਸਭ ਹੋਏ ਪਖ ਤਿਆਗ ਕਰ ਕਰ ਵਿਚਾਰ ਸੁਖ ਪਾਏ। ਮੁਨਸਬ ਹੋ ਕੇ ਨਿਆਉ ਕਰਤਾ ਹੋ ਕੇ ਇਹਨੇ ਵਿਚਾਰ ਕੀਤੀ ਹੈ ਤੇ ਪੱਖਵਾਦ ਨੂੰ ਛੱਡ ਦਿੱਤਾ। ਬਾਦ ਛੋਰ ਗੁਰ ਔਰ ਪਿਖ ਜੁਗ ਕਰ ਜੋਰ ਬਖਾਨ। ਝਗੜਾ ਛੱਡ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੇ ਵੇਖ ਕੇ ਇਹ ਪੰਡਤ ਜੀ ਨੇ ਦੋਵੇਂ ਹੱਥ ਜੋੜ ਲਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗਾ। ਤੁਮ ਦਾਤਾ ਸਭ ਜਗਤ ਕੇ ਹਮਰੋ ਬਾਦ ਗੁਮਾਨ। ਤੇ ਮਹਾਰਾਜ ਤੁਸੀਂ ਸਾਰੇ ਹੀ ਜਗਤ ਦੇ ਦਾਤੇ ਹੋ, ਮੇਰਾ ਜਿਹੜਾ ਗੁਮਾਨ ਹੈ ਇਹ ਬਾਦ ਹੈ, ਇਹ ਵਿਅਰਥ ਹੈ। ਸਿੱਖ ਕਰੋ ਦੁਰਮਤ ਹਰੋ ਮੋਹ ਕੋ ਲਖ ਕਰ ਦਾਸ। ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਵੋ, ਮੈਨੂੰ ਆਪਣਾ ਸਿੱਖ ਕਰ ਲਵੋ ਤੇ ਮੇਰੀ ਭੈੜੀ ਮਤ ਦਾ ਦਾਸ, ਭੈੜੀ ਮਤ ਦਾ ਨਾਸ਼ ਕਰ ਦੇਵੋ। ਕਿਰਪਾ ਸਿੰਧ ਮੈਂ ਬੂੰਦ ਸਮ। ਮਹਾਰਾਜ ਆਪ ਜੀ ਕਿਰਪਾ ਦੇ ਸਮੁੰਦਰ ਹੋ ਤੇ ਮੈਂ ਇੱਕ ਬੂੰਦ ਦੀ ਭਾਂਤੀ ਹਾਂ। ਮਹਾਰਾਜ ਆਪ ਜੀ ਕਿਰਪਾ ਦੇ ਸਮੁੰਦਰ ਤੇ ਮੈਂ ਇੱਕ ਬੂੰਦ ਹਾਂ। ਕਿਆ ਕਰ ਹਾਂ ਸਮਤਾਸ। ਤੇ ਮੈਂ ਆਪ ਜੀ ਦੀ ਕੀ ਬਰਾਬਰੀ ਕਰਾਂਗਾ। ਵੱਡੇ ਭਾਗ ਜਾਗੇ ਅਬ ਹੈ। ਮਹਾਰਾਜ ਮੇਰੇ ਕੋਈ ਵੱਡੇ ਭਾਗ ਹੁਣ ਜਾਗੇ ਹਨ, ਮੇਲ ਭਇਓ ਤੁਮ ਸਾਥ। ਜਿਨ੍ਹਾਂ ਕਰਕੇ ਮੇਰਾ ਮੇਲ, ਮੇਰਾ ਮਿਲਾਪ ਤੁਹਾਡੇ ਨਾਲ ਹੋਇਆ ਹੈ। ਗੁਰੂ ਰੂਪ ਖਾਲਸਾ ਜੀ ਪੂਰਬਲੇ ਜਨਮਾਂ ਦੇ ਕੋਈ ਵੱਡੇ ਭਾਗ ਜਾਗੇ ਹੋਏ ਹੋਣ ਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਮਿਲਾਪ ਹੁੰਦਾ ਹੈ, ਫਿਰ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਇਸ ਗੱਲ ਦੀ ਗਵਾਹੀ
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਧੁਰ ਕੀ ਬਾਣੀ ਵੀ ਭਰਦੀ ਹੈ। ਮਹਾਰਾਜ ਕਹਿੰਦੇ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ। ਇਹ ਪੰਡਤ ਜੀ ਕਹਿੰਦੇ ਮਹਾਰਾਜ ਮੇਰੇ ਕੋਈ ਵੱਡੇ ਭਾਗ ਜਾਗੇ ਹਨ ਜਿਨ੍ਹਾਂ ਕਰਕੇ ਆਪ ਜੀਆਂ ਨਾਲ ਮੇਰਾ ਮਿਲਾਪ ਹੋਇਆ ਹੈ। ਤੇ ਆਪਨ ਉਪਦੇਸ਼ ਕੋ ਕੀਜਹਿ ਮੋਹਿ ਸਨਾਥ। ਮਹਾਰਾਜ ਹੁਣ ਆਪਣਾ ਉਪਦੇਸ਼ ਦੇ ਕੇ ਮੈਨੂੰ ਸਨਾਥ ਕਰ ਦੇਵੋ, ਮੈਨੂੰ ਨਿਹਾਲ ਕਰ ਦੇਵੋ। ਏਮ ਕਹੈ ਪਗ ਪੰਕਜ ਗਹੈ। ਇਹ ਵਚਨ ਕਹਿ ਕੇ ਪੰਡਤ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਵਲਾਂ ਰੂਪੀ ਸੋਹਣਿਆਂ ਚਰਨਾਂ ਨੂੰ ਫੜ ਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਫੜ ਲਏ। ਤਿਆਗ ਜਾਤ ਹੰਕਾਰ। ਤੇ ਆਪਣੀ ਜਾਤੀ ਦਾ ਜਿਹੜਾ ਹੰਕਾਰ ਸੀ ਉਹ ਤਿਆਗ ਦਿੱਤਾ, ਉਹ ਛੱਡ ਦਿੱਤਾ। ਸੰਕਟ ਬਸ ਨਿਜ ਜੀਵ ਲਖ। ਆਪਣੀ ਜੀਵ ਆਤਮਾ ਨੂੰ ਸੰਕਟ ਦੇ ਵਸੀਕਾਰ ਜਾਣ ਕੇ ਗੁਰ ਪੂਰਨ ਅਵਤਾਰ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੂਰਨ ਅਵਤਾਰ ਜਾਣ ਕੇ ਕਰਹਿ ਉਧਾਰਨ ਕਾਸ਼ਟ ਤੇ। ਮਨ ਵਿੱਚ ਪੰਡਤ ਜੀ ਨੇ ਵਿਚਾਰ ਕੀਤੀ ਹੈ ਵੀ ਇਹ ਸਾਰੇ ਕਸ਼ਟਾਂ ਤੋਂ ਮੇਰਾ ਉਧਾਰ ਕਰ ਦੇਣਗੇ। ਇਹਨਾਂ ਆਪਣੇ ਮਨ ਵਿੱਚ ਵਿਚਾਰ ਕੀਤੀ ਹੈ ਕਿ ਇਹ ਪੂਰਨ ਅਵਤਾਰ ਹਨ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਮੇਰਾ ਉਧਾਰ ਕਰ ਦੇਣਗੇ। ਬੰਧਨ ਕਾਟ ਹੈ ਮੋਰ। ਜਿੰਨੇ ਮੇਰੇ ਬੰਧਨ ਹਨ ਇਹ ਸਾਰੇ ਕੱਟ ਦੇਣਗੇ। ਮਹਾ ਕਿਰਪਾਲ ਸੁਸ਼ੀਲ ਹੈ। ਇਹ ਮਹਾਨ ਕਿਰਪਾਲੂ ਤੇ ਬੜੇ ਸੁਸ਼ੀਲ ਹਨ। ਹਰ ਹੈ ਆਪਦਾ ਘੋਰ। ਜਿੰਨੀ ਮੇਰੀ ਅਪਦਾ ਹੈ, ਜਿੰਨੀ ਮੇਰੀ ਵਿਪਤਾ ਹੈ, ਜੋ ਜਨਮ ਜਨਮਾਂਤਰਾਂ ਦੇ ਮੈਨੂੰ ਬੰਧਨ ਪਏ ਹੋਏ ਹਨ, ਇਹ ਸਾਰੇ ਹਰ ਲੈਣਗੇ, ਇਹ ਸਾਰੇ ਨਾਸ਼ ਕਰ ਦੇਣਗੇ। ਦੀਨ ਭਇਓ ਬਿਨਤੇ ਭਨਤ। ਦੀਨ ਹੋ ਕੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀਆਂ ਕਰਨ ਲੱਗਾ। ਭਾਉ ਭਗਤ ਚਿਤ ਭੀਨ। ਹੁਣ ਇਹਦਾ ਪ੍ਰੇਮਾ ਭਗਤੀ ਵਿੱਚ ਚਿੱਤ ਭਿੱਜ ਗਿਆ। ਗੁਰੂ ਰੂਪ ਖਾਲਸਾ ਜੀ ਜਦੋਂ ਅੰਦਰੋਂ ਹੰਕਾਰ ਨਾਸ਼ ਹੋ ਜਾਵੇ ਨਾ, ਫਿਰ ਹੀ ਪ੍ਰੇਮਾ ਭਗਤੀ ਵਿੱਚ ਚਿੱਤ ਭਿੱਜਿਆ ਕਰਦਾ ਹੈ। ਜਿੰਨੇ ਸਮੇਂ ਤੱਕ ਅੰਦਰ ਹੰਕਾਰ ਹੋਵੇ ਉਤਨੇ ਸਮੇਂ ਤੱਕ ਪਰਮੇਸ਼ਰ ਦਾ ਅੰਦਰ ਪ੍ਰੇਮ ਨਹੀਂ ਜਾਗਦਾ, ਪਰਮੇਸ਼ਰ ਦਾ ਨਾਮ ਅੰਦਰ ਆ ਕੇ ਨਹੀਂ ਵਸਦਾ। ਕਿਉਂਕਿ ਹੋਮੈ ਨਾਵੈ ਨਾਲ ਵਿਰੋਧ ਹੈ, ਦੋਇ ਨ ਵਸੈ ਇਕ ਠਾਏ। ਹੁਣ ਜਦੋਂ ਹੰਕਾਰ ਨਾਸ਼ ਹੋ ਗਿਆ ਤੇ ਚਿੱਤ ਗੁਰੂ ਰੂਪ ਖਾਲਸਾ ਜੀ ਪੰਡਤ ਜੀ ਹੋਰਾਂ ਦਾ ਪ੍ਰੇਮ ਵਿੱਚ ਭਿੱਜ ਗਿਆ। ਭਾਗ ਪੂਰ ਜਿਸ ਪਾਲ ਕੇ ਜਾਗੇ ਕਲਮਲਹੀਨ। ਮੱਥੇ ਦੇ ਸ੍ਰੇਸ਼ਟ ਭਾਗ ਜਾਗੇ ਹਨ। ਐਸੇ ਭਾਗ ਜਾਗੇ ਹਨ ਜਿਹੜੇ ਪਾਪਾਂ ਤੋਂ ਹੀਣ ਹਨ। ਸ੍ਰੀ ਸਤਿਗੁਰ ਅਰਜਨ ਭਨਿਓ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੁਮ ਉੱਤਮ ਦਿਜ ਜਾਤ। ਮਹਾਰਾਜ ਕਹਿੰਦੇ ਤੁਸੀਂ ਉੱਤਮ ਜਾਤੀ ਦੇ ਦਿਜ ਹੋ, ਤੁਸੀਂ ਬਾਹਮਣ ਹੋ। ਸਿਮਰਹੁ ਸ੍ਰੀ ਸਤਨਾਮ ਕੋ। ਸ੍ਰੀ ਸਤਨਾਮ ਜੀ ਦਾ ਆਪ ਜੀ ਸਿਮਰਨ ਕਰੋ। ਦੇਵ ਲਗਾਏ ਦਿਨ ਰਾਤ। ਦਿਨ ਰਾਤ ਲਿਵ ਲਾ ਕੇ ਸਤਨਾਮ ਸ੍ਰੀ ਸਤਨਾਮ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਆਪ ਜੀ ਸਿਮਰਨ ਕਰੋ। ਵਿਪਰ ਕਹਿਓ ਤ੍ਰਿਸਕਾਰ ਮੈਂ। ਗੁਰੂ ਰੂਪ ਖਾਲਸਾ ਜੀ ਇਹ ਪੰਡਤ ਜੀ ਕਹਿਣ ਲੱਗੇ ਮਹਾਰਾਜ ਮੈਂ ਆਪ ਜੀ ਦਾ ਬਹੁਤ ਤ੍ਰਿਸ਼ਕਾਰ ਕੀਤਾ ਹੈ, ਮੈਂ ਆਪ ਜੀ ਦਾ ਬਹੁਤ ਅਨਾਦਰ ਕੀਤਾ ਹੈ। ਤੁਮਰੋ ਕੀਨ ਮਹਾਨ। ਇਹ ਮਹਾਨ ਸਤਿਗੁਰੂ ਮੈਂ ਆਪ ਜੀ ਦਾ ਬਹੁਤ ਵੱਡਾ ਅਨਾਦਰ ਕੀਤਾ ਹੈ। ਬਖਸ਼ੋ ਮੇਰੀ ਭੂਲ ਕੋ। ਮਹਾਰਾਜ ਮੇਰੀ ਭੁੱਲ ਨੂੰ ਆਪ ਜੀ ਬਖਸ਼ ਲਵੋ। ਦਾਤਾ ਸਕਲ ਜਹਾਨ। ਆਪ ਜੀ ਸਾਰੇ ਜਹਾਨ ਦੇ ਦਾਤੇ ਹੋ, ਸਾਰੇ ਜਗ ਦੇ ਆਪ ਜੀ ਦਾਤੇ ਹੋ, ਮੇਰੀ ਭੁੱਲ ਬਖਸ਼ ਲਵੋ। ਸੁੰਦਰ ਪਦ ਅਰਬਿੰਦ ਮ੍ਰਿਦ। ਮਹਾਰਾਜ ਆਪ ਜੀਆਂ ਦੇ ਇਹ ਜੋ ਸੁੰਦਰ
ਕਬਲਾਂ ਵਰਗੇ ਸੋਹਣੇ ਚਰਨ ਹਨ। ਜਲ ਸੋ ਇਨਹੋ ਪਖਾਰ ਮਹਾਰਾਜ ਇਹਨਾਂ ਸੋਹਣਿਆਂ ਚਰਨਾਂ ਨੂੰ ਜਲ ਦੇ ਨਾਲ ਧੋ ਕਰਕੇ ਤੀਜੈ ਮੈਂ ਮੁਖ ਪਾਨ ਕਰ ਉਹ ਚਰਨ ਪੋਲ ਆਪ ਜੀ ਹੁਣ ਮੈਨੂੰ ਦੇ ਦੇਵੋ ਤਾਂ ਕਿ ਮੈਂ ਛਕ ਲਵਾਂ। ਬਨੋ ਸਿੱਖ ਹਿਤ ਧਾਰ ਮਹਾਰਾਜ ਹਿੱਤ ਨਾਲ ਪ੍ਰੇਮ ਨਾਲ ਮੈਂ ਆਪ ਜੀਆਂ ਦਾ ਸਿੱਖ ਬਣਨਾ ਚਾਹੁੰਦਾ ਹਾਂ। ਸ੍ਰੀ ਗੁਰ ਅਰਜਨ ਦੇਵ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾਣਿਓ ਸਰਤਾ ਮਾਹੇ ਪੰਡਤ ਜੀ ਨੂੰ ਜਾਣਿਆ ਕਿ ਹੁਣ ਇਹ ਸ਼ਰਧਾਵਾਨ ਹਨ, ਇਹਨਾਂ ਦੇ ਅੰਦਰ ਪੂਰੀ ਸ਼ਰਧਾ ਹੈ। ਚਰਨ ਅੰਮ੍ਰਿਤ ਦੇ ਦਾਸ ਕਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਚਰਨਾਮ੍ਰਿਤ ਪੰਡਤ ਜੀ ਨੂੰ ਛਕਣ ਵਾਸਤੇ ਦਿੱਤੀ ਹੈ। ਸਭ ਬਕਾਰ ਹਰਤਾ ਹੈ ਤੇ ਜਦੋਂ ਚਰਨਾਮ੍ਰਿਤ ਪੰਡਤ ਜੀ ਨੇ ਛਕਿਆ, ਜਿੰਨੇ ਹਿਰਦੇ ਦੇ ਵਕਾਰ ਸੀ ਸਾਰੇ ਹੀ ਨਾਸ਼ ਹੋ ਗਏ। ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਗੁਰ ਸਿੱਖਾਂ ਪਿਲਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਰਨਾ ਅੰਮ੍ਰਿਤ ਇਹਨਾਂ ਨੂੰ ਛਕਣ ਵਾਸਤੇ ਦਿੱਤਾ ਹੈ। ਲਿਵ ਲਾਗੇ ਸਤਨਾਮ ਸੋ ਪੰਡਤ ਜੀ ਦੀ ਲਿਵ ਹੁਣ ਸਤਨਾਮ ਦੇ ਨਾਲ ਲੱਗ ਗਈ। ਰਸਨਾ ਨੇ ਰਸ ਤੇ ਪਾਏ ਕਹਿੰਦੇ ਰਸਨਾ ਨੇ ਵੀ ਰਸ ਪਾ ਲਿਆ। ਪੰਡਤ ਜੀ ਦੀ ਰਸਨਾ ਨੇ ਹੁਣ ਰਸ ਨੂੰ ਪ੍ਰਾਪਤ ਕੀਤਾ ਹੈ। ਅਧਿਕਾਰੀ ਭਾਗਿਆਨ ਕੋ ਹੁਣ ਇਹ ਪੰਡਤ ਜੀ ਗਿਆਨ ਦੇ ਅਧਿਕਾਰੀ ਹੋ ਗਏ। ਸ੍ਰੀ ਗੁਰ ਕਰਨਾ ਪਾਏ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਰੁਣਾ ਪਾ ਕੇ, ਮਹਾਰਾਜ ਜੀਆਂ ਦੀ ਕਿਰਪਾ ਪਾ ਕੇ ਚਾਰ ਪਦਾਰਥ ਪਾਏ ਕੈ ਚਾਰ ਪਦਾਰਥ ਇਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਪ੍ਰਾਪਤ ਕੀਤੇ ਹਨ। ਧਰਮ, ਅਰਥ, ਕਾਮ ਤੇ ਮੋਕਸ਼, ਇਹ ਜੋ ਚਾਰ ਪਦਾਰਥ ਹਨ ਇਹ ਪੰਡਤ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਪ੍ਰਾਪਤ ਕੀਤੇ ਹਨ। ਤਿਜ ਬਰ ਭਇਓ ਨਿਹਾਲ ਤੇ ਚਾਰ ਪਦਾਰਥ ਇਹ ਪ੍ਰਾਪਤ ਕਰਕੇ ਸ੍ਰੇਸ਼ਟ ਬ੍ਰਾਹਮਣ ਨਿਹਾਲੋ ਨਿਹਾਲ ਹੋ ਗਿਆ। ਸਤਿਗੁਰਾਂ ਤੋਂ ਚਾਰ ਪਦਾਰਥ ਲੈ ਕਰਕੇ ਇਹ ਬ੍ਰਾਹਮਣ ਨਿਹਾਲ ਹੋ ਗਿਆ। ਸੋ ਜਸ ਕਰਤ ਗੁਰ ਕੋ ਸਦਾ ਹੁਣ ਇਹ ਪੰਡਤ ਜੀ, ਇਹ ਬਾਹਮਣ ਜੀ ਸਦਾ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਜਸ ਕਰਦੇ ਹਨ। ਮਹਿਮਾ ਲਖੇ ਬਸਾਲ ਪੰਡਤ ਜੀ ਹੋਰਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਵੱਡੀ ਜਾਣ ਲਈ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਬੜੀ ਵੱਡੀ ਹੈ। ਪਰ ਸੰਗ ਏਮਾ ਹੋਇਓ ਗੁਰੂ ਕਿਰਪਾਲ ਇਸ ਤਰ੍ਹਾਂ ਗੁਰੂ ਰੂਪ ਖਾਲਸਾ ਜੀ ਇਸ ਵਿਪਰ ਦੇ ਨਾਲ, ਇਸ ਪੰਡਤ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਸੰਗ ਹੋਇਆ ਹੈ। ਐਸੇ ਸਤਿਗੁਰਾਂ ਦਾ ਜੋ ਬੜੇ ਕਿਰਪਾਲੂ ਤੇ ਦਿਆਲੂ ਹਨ। ਅਬ ਆਗਲ ਇਤਿਹਾਸ ਕੋ ਸਰੋਤਾ ਸੁਨੋ ਰਸਾਲ ਹੁਣ ਜਿਹੜਾ ਗੁਰੂ ਰੂਪ ਖਾਲਸਾ ਜੀ ਅਗਲਾ ਇਤਿਹਾਸ ਹੈ, ਇਹ ਸਰੋਤਾ ਜਨੋ ਉਹ ਰਸ ਭਰਿਆ ਆਪ ਜੀ ਅਗਲਾ ਇਤਿਹਾਸ ਸੁਣੋ।